सो करता कादर करीम, दे जियां रिजक संभाए। साई कार कमावनी, तुर छोड़ी तिले पाए। नानके की बाहरी, होर दूजी नाही जाए। सो करे जित सैर जाए, सो करे जित सैर जाए। सुध जुगो जुगो टल सतगुरु श्री गुरु ग्रंथ ਸਾਹਿਬ ਮਹਾਰਾਜ सच्चे पातशाह जी का कोटान कोट शुक्र है, जिन्हों की अपार मेहर सदका अमृत वेले शब्द गुरबाणी नाल जुड़ के संगत दे लाहे बख्श होए। गरीब नवाज सरबत दा पढ़िया सुनिया लिखे लाउण गुरु चरणा नाल बण आवे। आओ सरवण करिए लड़ी वार गो शब्द विचार। सत्कार योग ज्ञानी दविंਦਰ सिंह जी होरां पासों वाहिगुरू जी का खालसा वाहिगुरू जी की फतेह। श्लोक महला तीजा। गुर बिन ज्ञान न होवई, ना सुख वसै मन आए। नानको नाम बिहूणे मन मुखे, जासम जन्म गवाए। नानक नाम बिहूणे मन मुखी, जासन जन्म गवाए। वाहिगुरू जी का खालसा वाहिगुरू जी की फतेह। धन धन ਸਾਹਿਬ ਮਹਾਰਾਜ सच्चे पातशाह जीओ। श्री गुरु ग्रंथ ਸਾਹਿਬ ਸਾਹਿਬਾਂ ਦੀ पावन पवित्र हजूरी अंदर जुड़ बैठी गुरु दे प्यार वाली गुरु दी साजी नवाजी साध संगत जी, सतगुरां दी अपरपार मेहर कृपा रहमत बख्शिश दा सदका अमृत वेले गुरु चरनां विच हाजरी भरन दा सुभाग समां प्राप्त होया है। अमृत वेले तो नितनेम दीआं बाणीआं दे जाप होए। आशा जी दी वार दे कीर्तन गुरमुखां पासों सरवण कीते ने। जे चल रही लड़ीवार कथा अमृतमय बाणी दी सरवण करन लई गुरु चरनां विच आपां जुड़ के बैठे हैं। ये पावन शब्द श्री गुरु ग्रंथ ਸਾਹਿਬ जी दे पावन अंग 650 ते सुशोभित है। सोरठ की वार दा 20वां शब्द है। दो श्लोक इस विच दोनों ही गुरु अमरदास जी दे ते एक पौड़ी गुरु रामदास जी द्वारा उच्चारण की है जी। महाराज जी की बख्शिशां करते ने, आओ आप समझिए। श्लोक महला तीजा। गुर बिन ज्ञान न होवई, ना सुख वसै मन आए। गुरु तो बिना ज्ञान प्राप्त नहीं हुंदा, ते ज्ञान तो बिना सुख विच वासा नहीं हुंदा जी। जिहड़ा विचार है, जदों बाणी दी विचार करिए फिर सुख की प्राप्ति है। माया दे नाल सुख नहीं है। खाण पीण दे पदार्थ, होर घूमना फिरना, राज भाग दे मालक हो जाना, इन्हां च सुख नहीं है। सुख विचार विच हुंदा। इस करके महाराज कहते भी वो विचार भी बाणी दी होवे। गुर बिन ज्ञान, ज्ञान की है? विचार। विचार है तो ज्ञान है, जे विचार नहीं तो ज्ञान नहीं है। सो सतगुरु तो बिना ज्ञान नहीं प्राप्त हो सकता, ज्ञान तो बिना सुख नहीं प्राप्त हो सकता। महाराज कहते नानक नाम बिहूणे मन मुखी, जसन जन्म गवाए। ਜਿਹੜੇ ਹੁਣ ਗੁਰੂ ਦੀ ਗੱਲ ਨਹੀਂ ਸੁਣਦੇ, ਮਨ ਦੇ ਮਗਰ ਲੱਗੇ ਰਹਿੰਦੇ ਆ। ਸਤਿਗੁਰੂ ਜੀ ਕੁਝ ਕਹਿੰਦੇ ਨੇ ਤੇ ਮਨ ਕੁਝ ਕਹਿੰਦਾ, ਤੇ ਇਹ ਜੀਵ ਆਪਣੇ ਮਨ ਦੇ ਮਗਰ ਲੱਗ ਜਾਂਦਾ। ਜਿਹੜਾ ਮਨ ਦੇ ਮਗਰ ਲੱਗ ਜਾਂਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਇਸ ਸੰਸਾਰ ਤੋਂ ਆਪਣਾ ਜਨਮ ਗਵਾ ਕੇ ਜਾਂਦੇ ਨੇ।
ਨਾਮ ਵਿਹੂਣੇ ਮਨਮੁਖੀ। ਮਨਮੁਖ ਜਿਹੜੇ ਹੁੰਦੇ ਨੇ ਉਹ ਨਾਮ ਤੋਂ ਬਿਨਾਂ ਹੁੰਦੇ ਨੇ, ਕਿਉਂਕਿ ਗੁਰੂ ਦੀ ਗੱਲ ਮੰਨੀ ਨਹੀਂ, ਨਾਮ ਜਪਿਆ ਨਹੀਂ। ਜਦੋਂ ਜਾਂਦੇ ਨੇ ਉਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ। ਜਨਮ ਗਵਾਏ ਤੋਂ ਭਾਵ ਹੁੰਦਾ ਪਾਪ ਹੀ ਲੈ ਕੇ ਗਿਆ, ਲੇਖੇ ਹੀ ਲੈ ਕੇ ਗਿਆ, ਲੇਖੇ ਖਤਮ ਨਹੀਂ ਹੋ ਸਕੇ। ਮਹਲਾ ਤੀਜਾ। ਸਿੱਧ ਸਾਧਿਕ ਨਾਵੈ ਨੂੰ ਸਭ ਖੋਜਦੇ, ਥੱਕ ਰਹੇ ਲਿਵ ਲਾਏ। ਸਿੱਧ ਪੁੱਗੇ ਹੋਏ ਜੋਗੀ, ਸਾਧਕ ਜਿਹੜੇ ਸਾਧਨਾ ਕਰਨੇ ਵਾਲੇ ਨੇ, ਨਾਵੈ ਨੂੰ ਸਭ ਖੋਜਦੇ, ਇਹ ਵੀ ਤਾਂ ਨਾਮ ਦੀ ਹੀ ਖੋਜ ਕਰਦੇ ਆ। ਲਿਵ ਲਾਉਂਦੇ ਨੇ, ਇਹਨਾਂ ਦੇ ਲਿਵ ਲਾਉਣ ਦੇ ਵੀ ਤਰੀਕੇ ਅੱਡੋ ਅੱਡ ਹੈ। ਸਵਾਸਾਂ ਨੂੰ ਚੜਾਉਣਾ ਜਾਂ ਧਿਆਨ ਦਾ ਟਿਕਾ ਕਰਨਾ। ਸੋ ਧਿਆਨ ਬਾਹਰ ਲਾਉਂਦੇ, ਸਰੀਰ 'ਤੇ ਲਾਉਂਦੇ, ਜਾਂ ਜੋਤ ਵਿੱਚ, ਜਾਂ ਆਪਣੇ ਦੋਨਾਂ ਪ੍ਰਵੱਟਿਆਂ ਦੇ ਵਿੱਚ, ਜਾਂ ਨੱਕ ਦੀ ਨੋਕ 'ਤੇ। ਹੁਣ ਸਰੀਰ ਦਾ ਧਿਆਨ ਲਾ ਕੇ, ਆਕਾਰ ਦਾ ਧਿਆਨ ਲਾ ਕੇ ਸੱਚੇ ਪਾਤਸ਼ਾਹ ਕਹਿੰਦੇ ਕਿਵੇਂ ਨਾਮ ਦੀ ਪ੍ਰਾਪਤੀ ਹੋ ਸਕਦੀ। ਨਾਮ ਦਾ ਤਾਂ ਕੋਈ ਆਕਾਰ ਹੀ ਨਹੀਂ ਹੈ, ਨਾ ਨਾਮ ਵਾਲੇ ਦਾ ਕੋਈ ਆਕਾਰ ਹੈ, ਨਾ ਨਾਮ ਦਾ ਕੋਈ ਆਕਾਰ ਹੈ। ਸੋ ਇਹ ਸਮਾਧੀਆਂ ਲਾ ਲਾ ਕੇ ਥੱਕ ਜਾਂਦੇ ਨੇ, ਨਾਮ ਨਹੀਂ ਪ੍ਰਾਪਤ ਹੁੰਦਾ। ਜਿੰਨਾ ਚਿਕਰ ਇਹ ਆਕਾਰ ਤੋਂ ਨਿਰਾਕਾਰ ਵਿੱਚ ਨਹੀਂ ਆਉਂਦੇ, ਉਹਨਾਂ ਚਿਕਰ ਨਾਮ ਦੀ ਪ੍ਰਾਪਤੀ ਨਹੀਂ। ਇਹ ਨਿਰਾਕਾਰ 'ਚ ਆ ਨਹੀਂ ਸਕਦੇ, ਕਿਉਂਕਿ ਆਕਾਰ 'ਤੇ ਹੀ ਧਿਆਨ ਲਾਉਣਾ ਗਿੱਝੇ ਹੋਏ ਹੁੰਦੇ ਨੇ। ਆਕਾਰ 'ਤੇ ਹੀ ਧਿਆਨ ਲਾਉਣਾ, ਜਿਸ ਕਰਕੇ ਨਿਰਾਕਾਰ ਵਿੱਚ ਆਉਣਾ ਔਖਾ ਹੋ ਜਾਂਦਾ। ਆਦਤ ਪੈ ਗਈ ਨਾ, ਗਿੱਝੜਾ ਬਣ ਗਿਆ। ਜਿਸ ਕੰਮ ਨੂੰ ਕੋਈ ਗਿੱਝ ਜਾਂਦਾ ਹੈ, ਉਹਦੀ ਲਾਈਨ ਬਦਲਣੀ ਔਖੀ ਹੋ ਜਾਂਦੀ ਹੈ। ਇਹ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਨ ਜਿਨ੍ਹਾਂ ਨੇ ਸਿੱਧਾਂ ਦੀ ਲਾਈਨ ਬਦਲੀ ਹੈ। ਨਹੀਂ ਤਾਂ ਸਿੱਧ ਆਪਣੀ ਧੁਨੀ ਦੇ ਪਰਪੱਕ ਸਨ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਕਹਿੰਦੇ ਸੀ ਵੀ ਤੁਸੀਂ ਸਾਡੇ ਪਾਸੇ ਆ ਜਾਓ, ਕੰਨਾਂ 'ਚ ਮੁੰਦਰਾਂ ਪਾ ਲਓ, ਸੋ ਸਾਡੇ ਪਾਸੋਂ ਉਪਦੇਸ਼ ਗ੍ਰਹਿਣ ਕਰੋ, ਲੰਬੀ ਉਮਰ ਭੋਗੋਗੇ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਜੋ ਜੀਵਨ ਦਾ ਆਨੰਦ ਹੈ ਉਹ ਦੱਸਿਆ। ਲੰਬੀ ਉਮਰ ਦਾ ਕੀ ਫਾਇਦਾ, ਅੰਤ ਤੋਂ ਮਰਨਾ, ਅੰਤ ਤਾਂ ਮਰਨਾ ਹੀ ਹੁੰਦਾ। ਇਸ ਕਰਕੇ ਲੰਬੀ ਉਮਰ ਦਾ ਕੋਈ ਫਾਇਦਾ ਨਹੀਂ ਹੈ, ਜੀਵਨ ਦਾ ਆਨੰਦ ਚਾਹੀਦਾ ਹੈ। ਸੋ ਆਨੰਦ ਨਾਮ ਦੇ ਵਿੱਚ ਹੈ, ਨਾਮ ਤੋਂ ਬਿਨਾਂ ਆਨੰਦ ਨਹੀਂ ਹੈ। ਮਹਾਰਾਜ ਕਹਿੰਦੇ ਇਹ ਸਿੱਧ ਵੀ ਸਾਧਕ ਵੀ ਸਾਰੇ ਨਾਮ ਨੂੰ ਭਾਵ ਆਨੰਦ ਨੂੰ ਲੱਭਦੇ ਸੀ। ਇਹ ਤਾਂ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਹੁਣ ਗੁਰੂ ਹੀ ਦੱਸਦਾ ਨਾ ਆਨੰਦ ਕੀ ਹੈ, ਆਨੰਦ ਨਾਮ ਹੈ। ਜਿੱਦਾਂ ਇੱਕ ਜੋਗੀ ਮਹਾਰਾਜ ਦੇ ਕੋਲ ਆਇਆ ਸੀ, ਕਹਿੰਦਾ ਮਹਾਰਾਜ ਵੀ ਆਨੰਦ ਨਹੀਂ ਆਇਆ, ਬਹੁਤ ਬਿਰਧ ਹੋਇਆ ਸੀਗਾ। ਸੱਚੇ ਪਾਤਸ਼ਾਹ ਕਹਿੰਦੇ ਵੀ ਹੁਣ ਸਰੀਰ ਤੇਰਾ ਬੜਾ ਬਿਰਧ ਹੈ, ਆਨੰਦ ਲੈਣਾ ਤੇ ਤੈਨੂੰ ਦੁਬਾਰਾ ਹੁਣ ਜਨਮ ਲੈਣਾ ਪੈਣਾ। ਉਸੇ ਵਕਤ ਨੇ ਸਰੀਰ ਛੱਡਿਆ ਸੀ, ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰੂ ਦੇ ਘਰ ਵਿੱਚ ਇਸ ਨੇ ਜਨਮ ਲਿਆ ਸੀ। ਬਾਬਾ ਆਨੰਦ ਜੀ ਜਿਨ੍ਹਾਂ ਦਾ ਨਾਂ ਹੋਇਆ, ਗੁਰੂ ਅਮਰਦਾਸ ਜੀ ਦੇ ਪੋਤਰੇ। ਫਿਰ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਸੀਗਾ। ਆਨੰਦ ਤਾਂ ਗੁਰੂ ਦੱਸਦਾ ਨਾ, ਆਨੰਦ ਗੁਰੂ ਤੇ ਜਾਣੇ। ਗੁਰੂ ਤੋਂ ਬਿਨਾਂ ਕੀ ਪਤਾ ਲੱਗਦਾ ਆਨੰਦ ਕੀ ਹੈ। ਗੁਰਬਾਣੀ ਦੇ ਧਿਆਨ ਦੇ ਨਾਲ ਪੜ੍ਹੀਏ, ਸੁਣੀਏ, ਵਿਚਾਰੀਏ, ਆਨੰਦ ਆਉਂਦਾ, ਕਿਉਂਕਿ ਗੁਰਬਾਣੀ ਗੁਰੂ ਹੈ। ਗੁਰਬਾਣੀ ਗੁਰੂ ਹੈ। ਬਸ ਧਿਆਨ ਅਤੇ ਪ੍ਰੇਮ, ਪ੍ਰੇਮ ਧਿਆਨ ਇਹ ਚੀਜ਼ਾਂ ਰਲ ਜਾਣ ਅਤੇ ਫਿਰ ਜਿਹੜੀ ਸੁਰਤ ਹੈ ਉਹ ਸ਼ਬਦ ਦੇ ਵਿੱਚ ਗੱਡ ਹੋ ਜਾਂਦੀ ਹੈ, ਫਿਰ ਆਨੰਦ ਆਉਂਦਾ। ਹੁਣ ਬਾਣੀ ਸਾਰੀ ਸੱਚ ਹੈ, ਇਹਦੇ ਵਿੱਚ ਸੁਰਤ ਨਹੀਂ ਗੱਡ ਹੁੰਦੀ ਜੇ ਪ੍ਰੇਮ ਨਾ ਹੋਵੇ ਤਾਂ। ਵਿੱਚ ਸੱਚਾ ਕੂੜ ਨਾ ਗੱਡੀ, ਮਨ ਵੇਖੋ ਕੋ ਨਿਰਜਾਸ, ਮਹਾਰਾਜ ਕਹਿੰਦੇ ਨੇ। ਸੋ ਜੇ ਪ੍ਰੇਮ ਹੈ ਫਿਰ ਕਿਤੇ ਜਾ ਕੇ ਗੁਰਬਾਣੀ ਵਿੱਚ ਸੁਰਤੀ ਗੱਡ ਹੁੰਦੀ ਹੈ। ਜਦੋਂ ਗੁਰਬਾਣੀ ਵਿੱਚ ਸੁਰਤ ਗੱਡ ਹੋ ਜਾਵੇ ਜਿਸ ਦੀ, ਸੋ ਉਹਦਾ ਜਿਹੜਾ ਆਨੰਦ ਦਾ ਵਹਾਅ ਆ ਉਹ ਚੱਲਦਾ, ਨਹੀਂ ਤਾਂ ਨਹੀਂ ਚੱਲ ਸਕਦਾ। ਬਾਣੀ ਪੜ੍ਹ ਕੇ ਵੀ ਕਈ ਰਹਿ ਜਾਂਦੇ। ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀਏ ਸਾਥ, ਪੜ੍ਹ ਬੇੜੀ ਪਾਈ ਹੈ, ਪੜ੍ਹ ਗੱਡੀਆ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਨਾਨਕ ਲੇਖੈ ਇੱਕ ਗੱਲ ਹੋਰ, ਹਉਮੈ ਚਖਣਾ ਚਾਹ। ਸੋ ਪੜ੍ਹ ਕੇ ਹੰਕਾਰ ਵਧਾ ਲਿਆ, ਸ਼ਬਦ ਦੇ ਵਿੱਚ ਸੁਰਤ ਨੂੰ ਨਹੀਂ ਗੱਢਿਆ। ਕਾਰਨ ਕੀ? ਪ੍ਰੇਮ ਹੀ ਨਹੀਂ ਸੀ। ਹਾਂ, ਬਾਣੀ ਦੀ ਵਿਚਾਰ ਹੁੰਦੀ, ਜੇ ਗਿਆਨ ਹੁੰਦਾ ਫਿਰ ਸੁਰਤੀ ਗੱਡ ਹੋ ਜਾਣੀ ਸੀ। ਜੇ ਗਿਆਨ ਭਗਤੀ ਵਾਲਾ ਆ ਫਿਰ ਸੁਰਤੀ ਗੱਡ ਹੁੰਦੀ ਹੈ। ਜੇ ਗਿਆਨ ਭਗਤੀ ਵਾਲਾ ਨਹੀਂ ਹੈ, ਕੋਰਾ ਫੋਕਾ ਗਿਆਨ ਹੈ, ਉਹ ਹਉਮੈ ਪੈਦਾ ਕਰ ਦਿੰਦਾ ਹੈ। ਮਨ ਵਿੱਚ ਸੁੱਕੇ ਹੰਕਾਰ ਆਉਂਦਾ ਵੀ ਇੰਨੀਆਂ ਪੋਥੀਆਂ ਪੜ੍ਹੀਆਂ, ਮੈਨੂੰ
ਸੋ ਇੰਨਾ ਗਿਆਨ, ਇੰਨੀਆਂ ਵਿਆਕਰਨਾਂ ਪੜ੍ਹ ਲਈਆਂ, ਸੋ ਮੈਨੂੰ ਵਿਆਕਰਣ ਦੇ ਹਿਸਾਬ ਦੇ ਨਾਲ ਸਾਰਾ ਹੁਣ ਸਮਝ ਪੈ ਗਈ ਹੈ। ਮੇਰੇ ਤੋਂ ਵੱਧ ਕੇ ਕੋਈ ਸ਼ੁੱਧ ਬਾਣੀ ਨਹੀਂ ਪੜ੍ਹ ਸਕਦਾ। ਸੋ ਇਹ ਵੀ ਚੀਜ਼ਾਂ ਹੰਕਾਰ ਪੈਦਾ ਕਰ ਜਾਂਦੀਆਂ। ਜੇ ਬੰਦਗੀ ਹੈ ਫਿਰ ਸੁਰਤ ਗੱਡ ਹੋਣੀ, ਤਾਂ ਗੱਡ ਨਹੀਂ ਹੁੰਦੀ ਹੈ। ਭਗਤੀ ਹੋਣੀ ਚਾਹੀਦੀ, ਪ੍ਰੇਮ ਚਾਹੀਦਾ। ਪ੍ਰੇਮ ਭਗਤ ਹੀ ਨਹੀਂ ਜਿਸ ਦੇ ਅੰਦਰ ਪ੍ਰੇਮ ਨਹੀਂ ਹੈ। ਭਗਤ ਹੀ ਭਗਤੀ ਕਰੂਗਾ। ਭਗਤ ਨੇ ਭਗਤੀ ਕਰਨੀ, ਭਗਤੀ ਕਰਦਾ ਕਰਕੇ ਉਹਦਾ ਨਾਮ ਭਗਤ ਪਿਆ। ਅਤੇ ਪ੍ਰੇਮ ਤੋਂ ਬਿਨਾਂ ਤਾਂ ਰਿਸ਼ਤਾ ਹੀ ਨਹੀਂ ਹੋ ਸਕਦਾ। ਗਿਆਨ ਵੀ ਚਾਹੀਦਾ ਅਤੇ ਪ੍ਰੇਮ ਵੀ ਚਾਹੀਦਾ। ਫਿਰ ਗੁਰੂ ਕਿਰਪਾ ਕਰਦਾ। ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸਿੱਧ ਸਾਧਕ ਲੱਭਦੇ ਤਾਂ ਆਨੰਦ ਹੀ ਸੀ ਨਾ, ਲਿਵ ਲਾਉਣ ਦੀ ਕੋਸ਼ਿਸ਼ ਕਰਦੇ, ਖਰਾ ਸਮਾਧੀ ਲਾ ਕੇ ਆਨੰਦ ਮਿਲ ਜਾਣਾ। ਸੱਚੇ ਪਾਤਸ਼ਾਹ ਕਹਿੰਦੇ ਨਹੀਂ ਭਾਈ, ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੈ ਮੂੜਾ ਵਾਰੋ ਵਾਰ। ਸਮਾਧੀਆਂ ਲਾ ਲੈ ਕੇ ਦਸਮ ਦੁਆਰ ਤੱਕ ਵੀ ਪਹੁੰਚੇ, ਉਹ ਆਨੰਦ ਨਹੀਂ ਪ੍ਰਾਪਤ ਹੋਇਆ। ਸੋ ਬਿਨਾਂ ਸਤਿਗੁਰੂ ਤੋਂ ਆਨੰਦ ਦੀ ਸੋਝੀ ਹੀ ਨਹੀਂ ਆਉਂਦੀ। ਜਦੋਂ ਗੁਰੂ ਕਿਰਪਾ ਕਰਦਾ, ਕੋਈ ਸਵਾਸਾਂ ਨੂੰ ਚੜ੍ਹਾਉਣਾ ਨਹੀਂ ਪੈਂਦਾ, ਆਸਣ ਨਹੀਂ ਕੋਈ ਲਾਉਣਾ ਪੈਂਦਾ, ਅੱਖਾਂ ਨਹੀਂ ਬੰਦ ਕਰਨੀਆਂ ਪੈਂਦੀਆਂ। ਸੋ ਉਹ ਖੁੱਲ੍ਹੀਆਂ ਅੱਖਾਂ 'ਚ ਉਹਨਾਂ ਦੀ ਸਮਾਧੀ ਲੱਗੀ ਹੋਈ ਹੁੰਦੀ ਹੈ ਜਦੋਂ ਗੁਰੂ ਕਿਰਪਾ ਕਰਦਾ। ਕੋਈ ਗੁਰੂ ਨੇ ਦਾਤ ਦੇ ਦਿੱਤੀ ਨਾ, ਦਾਤਾ ਹੈ ਨਾ ਗੁਰੂ। ਬੰਦਗੀ ਦਾ ਵੀ ਤਾਂ ਦਾਤਾ ਹੀ ਹੈ, ਬਾਣੀ ਦਾ ਦਾਤਾ ਆ, ਬੰਦਗੀ ਦਾ ਦਾਤਾ ਹੈ ਭਾਈ, ਸੇਵਾ ਦਾ ਦਾਤਾ ਆ, ਨਾਮ ਦਾ ਦਾਤਾ ਆ। ਇਹ ਥੋੜ੍ਹੀ ਵੀ ਇਕੱਲੀਆਂ ਸੰਸਾਰਕ ਦਾਤਾਂ ਦਾ ਦਾਤਾ, ਬਲਕਿ ਇਹ ਜਿਹੜੀਆਂ ਦਾਤਾਂ ਨੇ ਸੇਵਾ ਸਿਮਰਨ, ਸੋ ਇਹ ਦਾਤਾਂ ਗੁਰੂ ਦੇ ਕੇ ਸੁਖ ਜ਼ਿਆਦਾ ਖੁਸ਼ ਹੁੰਦਾ ਹੈ ਜੇ ਕੋਈ ਮੰਗਦਾ ਤਾਂ। ਮੰਗਣੇ ਵਾਲੇ ਘੱਟ ਨੇ। ਸੰਸਾਰਕ ਦਾਤਾਂ ਮੰਗਣੇ ਵਾਲਿਆਂ ਦੀ ਕਤਾਰ ਲੱਗੀ ਹੋਈ ਹੈ, ਉਹਨਾਂ ਦੀ ਬਹੁਤ ਤਾਕਤ ਹੈ, ਉਹਦਾ ਦਰਸ਼ਨਾਂ ਦੇ ਨਾਲ ਵੀ ਪੂਰੀਆਂ ਹੋ ਜਾਂਦੀਆਂ। ਇਹ ਫਿਰ ਗੁਰੂ ਵੀ ਚਾਹੁੰਦਾ ਵੀ ਮੇਰੇ ਨਾਲ ਗੱਲਾਂ ਕਰ, ਕਿਉਂਕਿ ਅਮੋਲਕ ਦਾਤ ਦੇਣੀ ਨਾ। ਗੁਰੂ ਦਾ ਵੀ ਚਿੱਤ ਭਗਤ ਨਾਲ ਲੱਗਦਾ, ਸਿੱਖ ਨਾਲ ਲੱਗਦਾ। ਉਂਝ ਗੁਰੂ ਇਕੱਲਾ, ਜਦੋਂ ਭਗਤ ਕੋਲ ਬਹਿੰਦਾ ਫਿਰ ਗੁਰੂ ਦਾ ਚਿੱਤ ਲੱਗਦਾ, ਰੱਬ ਦਾ, ਗੁਰੂ ਦਾ। ਚਾਹੁੰਦਾ ਮੇਰੇ ਨਾਲ ਗੱਲਾਂ ਕਰ। ਇਸੇ ਕਰਕੇ ਨਾਮ ਮਿਲਣਾ ਔਖਾ, ਆਹੀ ਚੱਕਰ, ਹੋਰ ਕੋਈ ਗੱਲ ਨਹੀਂ। ਬਾਕੀ ਦਾਤਾਂ ਫਟਾਫਟ ਮਿਲ ਜਾਂਦੀਆਂ, ਦੁੱਖ ਕੱਟ ਹੋ ਜਾਂਦੇ ਆ। ਨਾਮ ਮਿਲਣਾ ਕਿਉਂ ਔਖਾ ਭਾਈ? ਗੁਰੂ ਨੂੰ ਪਤਾ ਵੀ ਹੁਣ ਇਹ ਨਾਮ ਮੰਗਦਾ ਅਤੇ ਇਹਦੇ ਨਾਲ ਹੁਣ ਬਚਨ ਵਿਲਾਸ ਕਰੀਏ, ਇਹਦੇ 'ਚ ਇਹਨੂੰ ਵੀ ਆਨੰਦ ਆਉਣਾ, ਇਹਨੂੰ ਵੀ ਆਨੰਦ ਆਉਣਾ ਅਤੇ ਸਾਨੂੰ ਵੀ ਆਨੰਦ ਆਉਣਾ। ਇਸੇ ਤਰ੍ਹਾਂ ਜਿਉਂ-ਜਿਉਂ ਭਗਤ ਭਗਤੀ ਦੇ ਲੈਵਲ ਵਿੱਚ ਵੱਧਦਾ, ਮੰਨ ਲਓ ਵਿਕਸਦਾ, ਆਨੰਦ ਵੱਧਦਾ, ਅਤੇ ਉਹਦੀ ਵੀ ਇਹੀ ਅਵਸਥਾ ਬਣਦੀ ਹੈ। ਜੇ ਕੋਈ ਰੱਬ ਦੇ ਘਰ ਦੀਆਂ ਗੱਲਾਂ ਕਰਦਾ, ਉਹ ਚਾਹੁੰਦਾ ਹੋਰ ਕਰੇ, ਮੇਰੇ ਨਾਲ ਹੋਰ ਕਰੇ। ਚਾਹੇ ਇਤਿਹਾਸ ਹੈ, ਚਾਹੇ ਗੁਰਬਾਣੀ ਦਾ ਪਾਠ ਹੈ, ਅਤੇ ਚਾਹੇ ਗੁਰਬਾਣੀ ਦੀ ਵਿਚਾਰ ਹੈ, ਉਹਨੂੰ 'ਚ ਆਨੰਦ ਬਣਦਾ ਹੈ। ਇਹ ਉਹਦੀ ਵਰਤਣ ਹੁੰਦੀ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਹਾਰਾ। ਭਗਤਾਂ ਦੀ ਵਰਤਣ ਹੈ, ਲੈਣ ਦੇਣ। ਰੱਬ ਦੇ ਘਰ ਦੀ ਗੱਲ ਸੁਣਨੀ, ਰੱਬ ਦੇ ਘਰ ਦੀ ਗੱਲ ਸੁਣਾਉਣੀ। ਸੋ ਇਹੋ ਹੀ ਲੇਵਾ ਦੇਵੀ ਹੈ। ਮਹਾਰਾਜ ਕਹਿੰਦੇ ਬਿਨ ਸਤਿਗੁਰ ਕਿਨੈ ਨਾ ਪਾਇਓ, ਗੁਰਮੁਖ ਮਿਲਾ ਮਿਲਾਏ। ਹੁਣ ਗੁਰੂ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ ਨਾਮ ਥੋੜ੍ਹੀ ਪ੍ਰਾਪਤ ਹੁੰਦਾ ਹੈ। ਅਤੇ ਸਤਿਗੁਰੂ ਦੇ ਨਾਲ ਮੇਲ ਕਿਵੇਂ ਹੁੰਦਾ ਹੈ? ਕਹਿੰਦੇ ਕੋਈ ਮਿਲਿਆ ਹੋਇਆ ਗੁਰਮੁਖ, ਮਿਲਿਆ ਜਿਹਦਾ ਮੂੰਹ ਗੁਰੂ ਵੱਲ ਹੈ, ਉਹ ਗੁਰੂ ਦੇ ਨਾਲ ਅਭੇਦ ਹੈ, ਗੁਰੂ ਦੇ ਨਾਲ ਸਾਂਝ ਹੈ, ਗੁਰੂ ਨੂੰ ਹਰ ਇੱਕ ਬੇਨਤੀ ਕਰਦਾ, ਗੁਰੂ ਦੀ ਬੇਨਤੀ ਵੀ ਸੁਣਦਾ ਹੈ। ਉਹ ਮਿਲਿਆ ਹੋਇਆ ਜਿਹੜਾ ਨਾ, ਕਿਤੇ ਉਹ ਮਿਲਾ ਦੇਵੇ। ਉਹ ਪਰਉਪਕਾਰੀ ਹੁੰਦੇ ਨੇ, ਉਹ ਪਰਉਪਕਾਰੀ ਹੁੰਦੇ ਨੇ। ਤਰਸ ਖਾ ਕੇ ਜੇ ਕੋਈ ਇਹੋ ਜਿਹੇ ਭਗਤ ਦੇ ਕੋਲ ਆਪਣਾ ਦੁੱਖੜਾ ਫੋਲੇ ਅਤੇ ਉਹਤੇ ਤਰਸ ਖਾਂਦੇ ਵੀ ਇਹ ਰੱਬ ਨਾਲ ਟੁੱਟਿਆ ਹੋਇਆ ਤਾਂ ਬਿਲਕਦਾ, ਹੋਰ ਕੋਈ ਚੱਕਰ ਨਹੀਂ। ਬਾਣੀ ਵੀ ਇਹੀ ਫੈਸਲਾ ਦਿੰਦੀ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਫਿਰ ਸਾਰੇ ਰੋਗ ਇਹਨੂੰ ਘੇਰ ਲੈਂਦੇ, ਰੱਬ ਤੋਂ ਇਹ ਵਿਸਰਦਾ। ਉਹ ਫਿਰ ਪੂਰਾ ਪੁਰਖ ਤਰਸ ਖਾ ਕੇ ਇਹਨੂੰ ਗੁਰੂ ਦੇ ਨਾਲ ਮਿਲ ਦਿੰਦਾ ਹੈ। ਅਤੇ ਸਤਿਗੁਰੂ ਜੀ ਤਾਂ ਫਿਰ ਹਰੇਕ ਕੈਟਾਗਰੀ ਦੇ ਬੰਦੇ ਨੂੰ ਸਮਝਾਉਂਦੇ ਆ। ਇੱਕ ਵਾਰੀ ਗੁਰੂ ਦੇ ਨਾਲ ਮੇਲ ਹੋ ਜਾਵੇ, ਜਦੋਂ ਮੇਲ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਉਹਨਾਂ ਨੂੰ ਪਤਾ ਵੀ ਪੜ੍ਹੇ ਲਿਖੇ ਨੂੰ ਕਿੱਦਾਂ ਸਮਝਾਉਣਾ, ਅਨਪੜ੍ਹ ਨੂੰ ਕਿੱਦਾਂ ਸਮਝਾਉਣਾ, ਵਿਕਾਰਾਂ ਨੂੰ ਕਿੱਦਾਂ ਮਗਰੋਂ ਲਾਉਣਾ, ਅਤੇ ਉਸ ਹਿਸਾਬ ਦੇ ਨਾਲ ਸਤਿਗੁਰੂ ਜੀ ਵੀ ਉੱਤੇ ਕਿਰਪਾ ਕਰ ਦਿੰਦੇ ਨੇ। ਅਤੇ ਜਦੋਂ ਸਮਝ ਜਾਂਦਾ ਫਿਰ ਤਾਂ ਸਾਰੇ ਇੱਕੋ ਹੀ ਹੋ ਜਾਂਦੇ ਆ।
ਕਿ ਕਿਸੇ ਨੇ ਕਿਵੇਂ ਪਾਇਆ, ਕਿਸੇ ਨੇ ਕਿਵੇਂ ਪਾਇਆ। ਜਦੋਂ ਪਾ ਲਿਆ ਫਿਰ ਤਾਂ ਇੱਕੋ ਹੀ ਹੈ, ਫਿਰ ਥੋੜ੍ਹੀ ਹੱਡ ਹੱਡ ਹੁੰਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਮਿਲਿਆ ਹੋਇਆ ਗੁਰਮੁਖ ਮਿਲੇ, ਉਹ ਫਿਰ ਸਤਿਗੁਰੂ ਦੇ ਨਾਲ ਮਿਲਾ ਦਿੰਦਾ ਹੈ। ਬਿਨ ਨਾਵੈ ਪਹਿਨਣ ਖਾਣ ਬਾਦ ਹੈ, ਧਿਗ ਸਿੱਧੀ ਧਿਗ ਕਰਾਮਾਤ। ਇਹ ਹੁਣ ਉਹ ਜੋਗੀ ਸਿੱਧਨਾਥ ਜਿਨ੍ਹਾਂ ਦੇ ਕੋਲ ਕੁਝ ਕਰਾਮਾਤਾਂ ਆ ਗਈਆਂ, ਸੱਚੇ ਪਾਤਸ਼ਾਹ ਕਹਿੰਦੇ ਜੇ ਨਾਮ ਹੀ ਨਹੀਂ ਹੈ ਤੇ ਤੁਹਾਡਾ ਖਾਣਾ, ਸਾਡਾ ਪੀਣਾ, ਪਹਿਨਣਾ ਸਾਰਾ ਕੁਝ ਬੇਅਰਥ ਹੈ। ਤਿਰਕਾਰ ਹੈ ਇਹੋ ਜਿਹੀ ਸਿੱਧੀਆਂ ਨੂੰ ਤੇ ਇਹੋ ਜਿਹੀਆਂ ਕਰਾਮਾਤਾਂ ਨੂੰ, ਜੇ ਪੱਲੇ ਨਾਮ ਹੀ ਨਹੀਂ। ਹੁਣ ਜਿੰਨੀ ਸਾਇੰਸ ਹੈ ਸਾਰੀ ਕਰਾਮਾਤ ਹੀ ਹੈ, ਜਿੰਨੀ ਸਾਇੰਸ ਹੈ ਸਾਰੀ ਕਰਾਮਾਤ ਹੈ, ਨਾਮ ਨਹੀਂ ਹੈ ਪੱਲੇ। ਅਤੇ ਇਹੋ ਜਿਹੀ ਕਰਾਮਾਤ ਨੂੰ ਮਹਾਰਾਜ ਨੇ ਤਿਰਕਾਰ ਕਹਿ ਦਿੱਤਾ, ਤਿਰਕਾਰ। ਸੋ ਜੋ ਇਨਸਾਨ ਨਹੀਂ ਕਰ ਸਕਦਾ ਅਤੇ ਉਹ ਕੰਮ ਕੋਈ ਕਰ ਜਾਵੇ, ਕਰਾਮਾਤ ਹੈ। ਇਨਸਾਨ ਨਹੀਂ ਉੜ ਸਕਦਾ, ਸਾਇੰਸ ਨੇ ਹਵਾਈ ਜਹਾਜ਼ ਬਣਾਏ ਹੋਏ ਨੇ। ਸੋ ਇੱਥੋਂ ਦੀ ਗੱਲ ਪੂਰੇ ਵਰਲਡ ਵਿੱਚ ਸੁਣਨੀ ਕਰਾਮਾਤ ਹੈ। ਸਾਇੰਸ ਨੇ ਸਭ ਕੁਛ ਕੀਤਾ ਹੋਇਆ, ਨਾਮ ਨਹੀਂ ਹੈ ਪੱਲੇ। ਮਹਾਰਾਜ ਨੇ ਉਦੋਂ ਗੱਲ ਕੀਤੀ ਹੋਈ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਤਿਰਕਾਰ ਇਹੋ ਜਿਹੀਆਂ ਕਰਾਮਾਤਾਂ ਨੂੰ ਵੀ, ਫਿਰ ਤਿਰਕਾਰ ਹੈ ਇਹੋ ਜਿਹੇ ਵਿਗਿਆਨ ਨੂੰ ਵੀ। ਤਿਰਕਾਰ ਹੀ ਇਹੋ ਜਿਹੇ ਪੱਲੇ ਨਾਮ ਨੇ। ਜੇ ਰੱਬ ਦੀ ਹੋਂਦ ਨੂੰ ਨਹੀਂ ਮੰਨਣਾ, ਇਕੱਲਾ ਵਿਗਿਆਨ ਨੂੰ ਮੰਨਣਾ, ਭਾਈ ਰੱਬ ਤੋਂ ਬਿਨਾਂ ਵਿਗਿਆਨ ਕਿੱਦਾਂ ਆ ਗਿਆ? ਵਿਗਿਆਨ ਬੰਦੇ ਦੀ ਬੁੱਧੀ 'ਚੋਂ ਪ੍ਰਬਲ ਹੋਇਆ, ਅਤੇ ਬੁੱਧੀ ਕਿਹਨੇ ਦਿੱਤੀ? ਦਿਮਾਗ ਕਿਹਨੇ ਦਿੱਤਾ? 5 ਤੱਤਾਂ ਦਾ ਪੁਤਲਾ, ਇਹ 'ਚ ਦਿਮਾਗ ਹੈ। ਇਹ 5 ਤੱਤ ਕਿਹਨੇ ਬਣਾਏ? ਜੋੜਿਆ ਕਿਹਨੇ ਹੈ? ਇਹਦੋਂ ਅੱਗੇ ਨਹੀਂ ਜਾਂਦੇ, ਬਸ ਦਿਮਾਗ ਅਤੇ ਵਿਗਿਆਨ, ਦਿਮਾਗ ਇੱਥੇ ਰਹਿੰਦੇ ਵੀ ਭਾਈ ਇਹ ਕਿਹਨੇ ਬਣਾਏ ਹੈ? ਤਰਕਾਰ ਹੈ ਤੁਹਾਡੀ ਇਹੋ ਜਿਹੇ ਵਿਗਿਆਨ ਨੂੰ ਵੀ, ਜੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਜੇ ਪੱਲੇ ਨਾਮ ਨਹੀਂ ਹੈ। ਪਾਤਸ਼ਾਹ ਕਹਿੰਦੇ ਪੌੜੀ, ਹਮ ਢਾਡੀ ਹਰ ਪ੍ਰਭ ਖਸਮ ਕੇ, ਨਿਤ ਗਾਵੈ ਹਰ ਗੁਣ ਸ਼ੰਤਾ। ਢਾਡੀ ਜਸ ਗਾਉਣੇ ਵਾਲਾ, ਅਸੀਂ ਤਾਂ ਢਾਡੀ ਐ। ਗੁਰੂ ਰਾਮਦਾਸ ਜੀ ਕਹਿੰਦੇ ਕਿਹਦੇ? ਹਰ ਪ੍ਰਭ ਖਾਸਮ ਕੇ, ਰੱਬ ਦੇ। ਨਿਤ ਗਾਵੈ ਹਰ ਗੁਣ ਸ਼ੰਤਾ, ਅਤੇ ਨਿਤ ਗਾਉਂਦੇ ਆ, ਨਿਤ ਪਰਮਾਤਮਾ ਪਰਮੇਸ਼ਰ ਦੀ ਉਸਤਤੀ ਨੂੰ ਕਾਵਿ ਦੇ ਰੂਪ ਦੇ ਵਿੱਚ, ਕੀਰਤਨ ਦੇ ਰੂਪ ਦੇ ਵਿੱਚ ਨਿਤ ਉਹਦੀ ਉਸਤਤੀ ਕਰਦੇ। ਕਹਿੰਦੇ ਛੰਦਾਬੰਦੀ ਦੇ ਵਿੱਚ ਇਹ ਜਿਹੜਾ ਭਗਤ ਹੁੰਦਾ ਉਹਦੇ ਅੰਦਰੋਂ ਹੀ ਜਿਹੜੇ ਸ਼ਬਦ ਨੇ ਜੁੜੇ ਹੋਏ ਨਿਕਲਦੇ ਨੇ। ਜਿਹੜੇ ਆਮ ਕਵੀ ਹੁੰਦੇ ਆ, ਉਹ ਜੇ ਉਹਨਾਂ ਨੇ ਕੋਈ ਕਵਿਤਾ ਲਿਖਣੀ ਆ ਤਾਂ ਜ਼ੋਰ ਲਾਉਂਦੇ, ਜ਼ੋਰ ਲਾ ਕੇ ਲਿਖਦੇ। ਜਿਹੜਾ ਭਗਤ ਹੁੰਦੇ ਅੰਦਰੋਂ ਹੀ ਜੁੜੇ ਹੋਏ ਨਿਕਲਦੇ ਨੇ। ਉਹਦੇ ਸਧਾਰਨ ਜਿਹੜੇ ਬੋਲ ਹੁੰਦੇ ਉਹ ਵੀ ਕਾਵਿ ਛੰਦ ਵਿੱਚ ਹੀ ਹੈ, ਕਿਉਂਕਿ ਨਿੱਤ ਜੂ ਗਾਉਣਾ ਸਾਡਾ। ਹੁਣ ਨਿੱਤ ਦੀ ਬੋਲੀ ਜਿਹੜੀ ਸਾਡੀ ਹੈ ਸਧਾਰਨ ਸਿੰਪਲ, ਜਿੱਦਾਂ ਆਪਾਂ ਬੋਲਦੇ ਹਾਂ। ਹੁਣ ਭਗਤ ਦੀ ਬੋਲੀ ਜਦੋਂ ਕਾਵਿ ਚੱਲ ਪੈਂਦੀ ਹੈ ਤਾਂ ਉਹ ਵੀ ਨੋਰਮਲ ਹੀ ਹੈ, ਜਿੱਦਾਂ ਆਮ ਗੱਲਾਂ ਕਰੀਦੇ ਆ ਨਾ, ਅਤੇ ਉਹਦੀ ਉਸਤਤੀ ਦੇ ਵਿੱਚ ਕਾਵਿ ਚੱਲ ਪੈਂਦੀ ਹੈ, ਕਵਿਤਾ ਚੱਲ ਪੈਂਦੀ ਹੈ। ਗੁਰੂ ਰਾਮਦਾਸ ਜੀ ਕਹਿੰਦੇ ਵੀ ਅਸੀਂ ਤਾਂ ਬੋਲੀ ਹੀ ਉਹਦੀ ਨਿੱਤ ਬੋਲਦੇ, ਹਰ ਵਕਤ ਉਸ ਦੇ ਗੁਣ ਹੀ ਗਾਉਂਦੇ। 30 ਰਾਗਾਂ ਵਿੱਚ ਬਾਣੀ ਰਚੀ ਗੁਰੂ ਸਾਹਿਬ ਜੀ ਨੇ, ਗੁਰੂ ਰਾਮਦਾਸ ਜੀ ਨੇ। ਉਮਰ ਕਿੰਨੀ ਸੀ ਸਾਰੀ? ਗੁਰਤਾ ਗੱਦੀ 6 ਸਾਲ ਪੂਰੇ ਕੀਤੇ, 7ਵਾਂ ਜਾਂਦਾ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਛੱਡ ਦਿੱਤਾ। ਪਰ 30 ਰਾਗਾਂ 'ਚ ਬਾਣੀ ਰਚੀ ਸਾਹਿਬ ਜੀ ਨੇ। ਨਿਤ ਗਾਵੈ ਹਰ ਗੁਣ ਸ਼ੰਤਾ, ਕਹਿੰਦੇ ਹਰ ਕੀਰਤਨ ਕਰ ਹੈ, ਹਰ ਜਸ ਸੁਣੈ, ਤਿਸ ਕਵਲਾ ਕੰਤਾ। ਅਸੀਂ ਹਰ ਵਕਤ ਉਸ ਦਾ ਕੀਰਤਨ ਕਰਦੇ, ਉਸ ਦੀ ਕੀਰਤੀ ਕਰਦੇ ਹਾਂ। ਹਰ ਵਕਤ ਉਸ ਦਾ ਜਸ ਸੁਣਦੇ ਆ। ਕਿਹਦਾ? ਕਹਿੰਦੇ ਕਵਲਾ ਕੰਤਾ, ਜਿਹੜਾ ਲక్ష్ਮੀ ਦਾ ਪਤੀ ਹੈ, ਮਾਇਆ ਦਾ ਪਤੀ, ਮਾਇਆ ਦਾ ਖਸਮ ਜਿਹੜਾ, ਕਹਿੰਦੇ ਉਹਦੀ ਕੀਰਤੀ ਕਰਦੇ, ਉਹਦੀ ਕੀਰਤੀ ਸੁਣਦੇ ਆ। ਹਰ ਦਾਤਾ ਸਭ ਜਗਤ ਭਿਖਾਰੀਆ, ਮੰਗਤ ਜਨ ਜਨਤਾ। ਦਾਤਾ ਇੱਕੋ ਹੀ ਹੈ, ਹਰੀ, ਹਰ ਦਾਤਾ। ਬਾਕੀ ਸਾਰਾ ਸੰਸਾਰ ਜਿਹੜਾ, ਜਿਤਨੇ ਜੀਆ ਜੰਤ ਨੇ, 1,84 ਮੇਦਨੀ ਜੋ ਉਸਨੇ ਪੈਦਾ ਕੀਤੀ ਹੈ, ਕੀੜੇ ਕਿਰਮ ਸਾਰੇ,
ਸਾਰੇ ਮੰਗਤੇ ਨੇ। ਜੀਆ ਜੰਤ ਸਭ ਕੁਛ, ਜਿੰਨੇ ਰਾਜੇ ਮਹਾਰਾਜੇ ਸਭ ਉਹਦੇ ਦਰ ਦੇ ਮੰਗਤੇ ਨੇ। ਰਾਜਾ ਹਰ ਵਕਤ ਇਹ ਮੰਗਦਾ ਵੀ ਮੇਰਾ ਰਾਜ ਭਾਗ ਕਾਇਮ ਰਹੇ, ਇਹੀ ਮੰਗਦਾ ਨਾ, ਹਰ ਵਕਤ ਮੰਗਤਾ ਹੀ ਹੋਇਆ। ਸੋ ਜੇ ਜਿੱਡਾ ਕੋਈ ਵੱਡਾ ਬੰਦਾ ਹੁੰਦਾ ਓਡਾ ਵੱਡਾ ਮੰਗਤਾ ਹੁੰਦਾ। ਜਿਹੜਾ ਗਰੀਬ ਆ ਉਹਦਾ 2 ਰੋਟੀਆਂ ਨਾਲ ਸਰ ਜਾਂਦਾ। ਜੇ ਕੋਈ ਕੱਪੜਾ ਦੇ ਦੇਵੇ ਤਾਂ ਇਹਦੇ 'ਚ ਬੜਾ ਖੁਸ਼ ਹੋ ਜਾਂਦਾ, ਮੈਨੂੰ ਸਿਆਲ ਹੈ, ਠੰਡ ਹੈ, ਮੈਨੂੰ ਠੰਡ ਰੋਕਣ ਲਈ ਕੱਪੜਾ ਮਿਲ ਗਿਆ। ਅਤੇ ਜਿਹੜਾ ਹੁਣ ਰਾਜੇ ਮਹਾਰਾਜ ਇਹਨਾਂ ਦੀਆਂ ਡਿਮਾਂਡਾਂ ਵੀ ਵੱਡੀਆਂ ਹੁੰਦੀਆਂ, ਇਹ ਵੱਡੇ ਮੰਗਤੇ ਹੁੰਦੇ ਨੇ। ਪਾਤਸ਼ਾਹ ਕਹਿੰਦੇ ਦਾਤਾ ਤਾਂ ਤੂੰ ਹੀ ਹੈ, ਬਾਕੀ ਸਾਰਾ ਜਗਤ ਭਿਖਾਰੀ ਹੈ। ਮੰਗਤ ਜਨ ਜਨਤਾ, ਸੋ ਸਾਰੇ ਹੀ ਤੇਰੇ ਦਰ 'ਤੇ ਮੰਗਦੇ ਨੇ, ਮੰਗਤੇ ਨੇ। ਹਰ ਦੇਵਹੁ ਦਾਨ ਦਿਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ। ਵੀ ਤੇਰੀ ਦਇਆ ਦੀ ਵੀ ਕੋਈ ਸੀਮਾ ਨਹੀਂ ਹੈ। ਤੂੰ ਸਭਨਾਂ ਨੂੰ ਦਇਆ ਦੇ ਘਰ ਵਿੱਚ ਆ ਕੇ ਦਿੰਨਾ। ਜਦੋਂ ਮੰਗਤੇ ਨੂੰ ਤੂੰ ਦਾਤ ਦਿੰਨਾ ਨਾ, ਉਹਦੇ ਕਰਮ ਨਹੀਂ ਕਦੇ ਤੂੰ ਦੇਖੇ। ਇਹ ਰੱਬ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੀ ਹੈ। ਜਦੋਂ ਮਹਾਰਾਜ ਕਹਿੰਦੇ ਹਰ ਕੀ ਵਡਿਆਈ ਵੱਡੀ ਹੈ, ਜਾ ਨਾ ਸੁਣ ਈ ਕਹਿਆ ਚੁਗਲ ਕਾ। ਹਰ ਕੀ ਵਡਿਆਈ ਵੱਡੀ ਹੈ, ਉਹ ਪੁੱਛਿਆ ਦਾਨ ਦੇਵ ਕਾ। ਕਿਸੇ ਦੀ ਸਲਾਹ ਨਹੀਂ ਲੈਂਦਾ, ਪੁੱਛਦਾ ਨਹੀਂ ਹੈ। ਹਾਂ ਵੀ ਦੱਸੋ ਇਹਨੂੰ ਮੈਂ ਦਾਨ ਦੇਵਾਂ ਜਾਂ ਨਾ ਦੇਵਾਂ, ਉਹ ਨਹੀਂ ਪੁੱਛਦਾ। ਅਤੇ ਜਿਹਨੇ ਦਾਤ ਮੰਗ ਲਈ, ਸੋ ਭਾਈ ਉਹਦੇ ਕਰਮ ਜਿੱਦਾਂ ਦੇ ਵੀ ਹੈ, ਕਿੱਦਾਂ ਦੇ, ਉਹਨੂੰ ਲੋੜ ਹੈ, ਉਹਦੀ ਲੋੜ ਪਹਿਲਾਂ ਪੂਰੀ ਕੀਤੀ। ਉਹ ਕਹਿੰਦਾ ਮੇਰਾ ਨਹੀਂ ਸਰਦਾ ਜੀ, ਹੁਣ ਮੈਂ ਬਚਦਾ ਹੀ ਨਹੀਂ ਹੈ, ਕਿਰਪਾ ਕਰ, ਸਾਰਿਆਂ ਨੂੰ ਤੂੰ ਪਾਲਦਾ, ਮੈਨੂੰ ਵੀ ਪਾਲ। ਮੈਂ ਤਾਂ ਗਿਆ, ਕਰਮ ਮਾੜੇ ਨੇ। ਕਰਮਾਂ ਨੂੰ ਤਾਂ ਫਿਰ ਬਾਅਦ 'ਚ ਵੇਖਦਾ, ਫਿਰ ਉਹਦੀ ਪਾਲਣਾ ਕਰਦਾ। ਹੁਣ ਜਿਹੜਾ ਸਾਰਿਆਂ ਪਾਸਿਆਂ ਦੇ ਕੋਲੋਂ ਹਾਰ ਜਾਂਦਾ ਅਤੇ ਦਾਤੇ ਦੇ ਕੋਲ ਆਉਂਦਾ ਵੀ ਮੈਂ ਹੁਣ ਗਿਆ, ਹੁਣ ਡੁੱਬ ਗਿਆ, ਹੁਣ ਤਾਂ ਸੰਤ ਬਣਨਾ ਹੀ ਹੈ। ਹੁਣ ਉਹਦੇ ਸਾਰੇ ਮਾੜੇ ਕਰਮ ਫਿਰ ਛੁੱਟ ਜਾਂਦੇ ਆ। ਗੁਰੂ ਦੀ ਕੈਸੀ ਉੱਤੇ ਰਹਿਮਤ ਹੋ ਜਾਂਦੀ। ਫਿਰ ਕਹਿੰਦੇ ਮਹਾਰਾਜ ਕਹਿੰਦੇ ਤੇਰੀ ਦਾਤ ਦੇਣ ਦੀ ਜਿਹੜੀ, ਸੋ ਤੇਰੀ ਦਾਤ ਦੇਣ ਦਾ ਜਿਹੜਾ ਗੁਣ ਹੈ, ਜਦੋਂ ਤੂੰ ਪਾਲਦਾ ਹੈ। ਪਾਸ਼ਾ ਨੇ ਪੱਥਰ ਹੁੰਦਾ ਨਾ, ਪੱਥਰ ਵਿੱਚ ਪਾਥਰ ਕ੍ਰਿਮ ਜਨਤਾ, ਉਹਦੇ ਵਿੱਚ ਕੀੜਾ ਆ, ਤੂੰ ਉਹਨੂੰ ਵੀ ਰਿਜ਼ਕ ਦਿੰਦਾ, ਉਹਨੂੰ ਵੀ ਪਾਲਦਾ। ਤਾਚੋ ਮਾਰਗ ਨਾਹੀਂ, ਪੱਥਰ ਨੂੰ ਮਰਾਹ ਥੋੜ੍ਹੀ ਆ ਕੋਈ, ਪਰ ਜਿੱਥੇ ਉਹ ਕੀੜਾ ਬੈਠਾ ਉੱਥੋਂ ਪੱਥਰ ਨਰਮ ਹੈ, ਉਹ ਸਾਰਾ ਮਿੱਠਾ ਹੀ ਆ, ਉਹਦੇ ਜੋਗਾ ਬੜਾ। ਜਿੰਨੀ ਕਿ ਉਹਨੇ ਖੁਰਾਕ ਖਾਣੀ ਹੁੰਦੀ ਹੈ, ਵਾਧੂ ਰੱਖਿਆ ਦਾਤੇ ਨੇ। ਜਿੰਨੀ ਉਹਦੀ ਆਜੂ ਹੈ, ਜਿੰਨਾ ਉਹਦਾ ਢਿੱਡ ਹੈ, ਉਸ ਹਿਸਾਬ ਦੇ ਨਾਲ ਉੱਥੇ ਪਿਆ ਉਹਦਾ ਸਾਰਾ ਰਿਜ਼ਕ। ਜਨ ਨਾਨਕ ਨਾਮ ਧਿਆਇਆ, ਗੁਰਮੁਖ ਧਨਵੰਤਾ। ਜਿਹੜਾ ਗੁਰੂ ਦੁਆਰਾ ਜਨ ਬਣ ਕੇ ਜਨ ਕੌਣ ਹੁੰਦਾ? ਸੇਵਕ। ਜਿਹੜਾ ਗੁਰੂ ਦੁਆਰਾ ਸੇਵਕ ਬਣ ਕੇ ਉਸ ਦੇ ਨਾਮ ਨੂੰ ਧਿਆਉਂਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਹੈ ਧਨਵੰਤਾ, ਉਹ ਹੈ ਅਮੀਰ, ਉਹ ਹੈ ਸੁਖੀ। ਨਾਮ ਤੋਂ ਬਿਨਾਂ ਕੋਈ ਅਮੀਰ ਨਹੀਂ ਹੈ, ਨਾਮ ਤੋਂ ਬਿਨਾਂ ਕੋਈ ਸੁਖੀ ਨਹੀਂ ਹੈ। ਮਹਾਰਾਜ ਨੇ ਇਹ ਗੱਲ ਸਮਝਾਈ ਹੈ। ਗੁਰੂ ਕਿਰਪਾ ਕਰੇ ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆਓ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ।
ਕਹਿ ਨਾਨਕ ਮਨ ਮੇਰੇ ਸਦਾ ਰਹੁ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਅਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਨ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਟਾਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਥਿਤ ਘਰ ਸੁਭਾਗੈ। ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆਂ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕਿਰਪਾ ਮੈਂ ਹੈ ਸੁਖ ਕਨੇਰੇ ਕੋਇ। ਤੁਮਰਾ ਅੰਤ ਉਚੇ ਤੇ ਉੱਚਾ ਭਗਵਾਨ। ਤੁਮ ਤੇ ਹੋਏ ਸੋ ਆਗਿਆਕਾਰ। ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ। ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਪਾਤਸ਼ਾਹੀ ਬਖਸ਼ੇ ਕਰਬਲਾ ਸਿੰਘ ਤੇ ਅੰਗਦ ਗੁਰੂ ਦੇ ਅਰਦਾਸ ਰਾਮਦਾਸ ਸਾਹਿਬ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਕਰਤਾਰ। ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਸੋ ਜਾਇ ਤੇ ਬਾਤ ਸਿਮਰਿਆ ਕਰਨਾਮ ਦਾ ਧਾਰੀ ਸੰਖਾਨ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਕਰਦੇ। ਵਾਹਿਗੁਰੂ। ਪੰਜਾਬ ਪਿਆਰਿਆਂ ਚੋਂ 40 ਸਿੱਖਾਨਾ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਜਲਾਈ ਤੇਗ ਵਾਰ ਦੇਖ ਚੜ੍ਹ ਕੀਤਾ ਤਿਨਾਂ ਪਿਆਰਿਆਂ ਪਿਆਰੇ ਹੋਏ ਜਪਿਆ। ਬੋਲੋ ਜੀ ਵਾਹਿਗੁਰੂ। ਸਿੰਘਾਂ ਸਿੰਘਣੀਆਂ ਧਰਮ ਵੇਸੀ ਦਿੱਤੇ ਬੰਦ ਕਪਵਾਏ ਗੋਪੀਆਂ ਨੂੰ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮੇ ਹਾਰਿਆ ਸਿੱਖੀ ਸਿਦਕ ਕੀ ਸਾਥ ਸਵਾਸਾਂ ਨਾਲ ਨਿਭਾਇਆ। ਤੇਰਾ ਸਮੂਹੀ ਸਾਡੀ ਕਮਾਈ ਦਾ ਧਿਆਨ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਖਾਲਸਾ ਜੀ। ਬੋਲੋ ਜੀ ਵਾਹਿਗੁਰੂ। ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਵਾਹਿਗੁਰੂ 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 ਨਾਮ ਸਤਿਆ ਜਿਤੇ ਆਪ ਦਾ ਸਤਿਕਾਰ ਸਰਬ ਸੁਖੋਂ ਰਹਿ ਜਾ ਜਨ ਖਾਲਸਾ ਜੀ ਸੰਤਾਂ ਦਾ ਦੇਖ ਦੇਖ ਫਤਿਹ ਮਿਲਤ ਕੀ ਕਾਇ ਪੰਥ ਜੀ ਸਹਿਬ ਕੀ ਸਹਾਇ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੇ ਜੀ ਸਿੱਖੀ ਦਾਨ ਕੀ ਦਾਨ ਲੈ ਦਾਨ ਵਿਵੇਕ ਦਾਨ ਸਾਧਾ ਦਾਨਾ ਸਿਰ ਰਾਮ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਚੌਂਕੀਆਂ ਝੰਡੇ ਕੁੰਗੇ ਜੁਗ ਜੁਗ ਦਾਨ ਕਰਨ ਕਰਨੇ ਕਾ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਮਾਨਾ ਪਿੱਛੀ ਮਤ ਕੀ ਰੱਖਿਆ। ਇਹ ਨਿਰੰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਦੀ ਪਾਵੀ ਪਾਤਸ਼ਾਹ ਜੀਓ ਦੀ ਵਿਦਵਾਨ ਜਿਤਨੇ ਵੀ ਬਾਣੀਆਂ ਦੇ ਜਵਾਬ ਤੇ ਅਰਸ਼ਾ ਜੀ
ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਕਾਲ ਕੀ ਤਵੀ ਚਲਾਇਓ ਪੰਥ, ਸਿੱਖਨ ਕੋ ਗੁਰੂ ਮਾਨਿਓ ਗ੍ਰੰਥ। ਗ੍ਰੰਥ ਜੀ ਮਾਨਿਆ ਪ੍ਰਗਟ ਗੁਰਾਂ ਕੀ ਦੇ, ਕੋ ਮਰੋਜਾ ਖੋਜ ਸ਼ਬਦ ਮੈਂ ਲੇ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਪਾਰ ਹੋਏ ਸਭ ਲੜਾਂਗੇ ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਅੱਲਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਅੱਲਾ ਜਾ ਕੇ ਆਤਮਾ ਕਲਗੀ ਸੋਹੈ ਸੀਸ, ਕੀ ਰਛਿਆ ਕਰੇ ਮੁਰ ਕਲਗੀ ਧਾਰ ਜਗਦੀਸ਼। ਸੋ ਨਿਹਾਲ। ਸੋ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੋ ਕਉ ਟਲ ਗੁਰ ਸੇਵੀਆ, ਅਹਨਿਸ ਸਹਿਜ ਸਵਾਏ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟਿਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਆ। ਸ਼ਲੋਕ ਮਹਲਾ ਤੀਜਾ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ, ਪਿਛੈ ਲੱਗੀਆਂ ਫਿਰੈ। ਜੋ ਹਰ ਹਿਰਦੈ ਸਦਾ ਵਸਾਏ, ਬਿਨ ਸਤਿਗੁਰ ਨਾਉ ਨ ਪਾਈਐ। ਬੁਝੋ ਕਰ ਵਿਚਾਰ, ਨਾਨਕ ਪੂਰੈ ਭਾਗ ਸਤਿਗੁਰ ਮਿਲੈ। ਸੁਖ ਪਾਏ ਜੁਗ ਚਾਰ ਮਹੱਲਾ ਤੀਜਾ। ਕਿਆ ਗੱਭਰੂ ਕਿਆ ਬਿਰਧ ਹੈ, ਮਾਨਮੁਖ ਤ੍ਰਿਸ਼ਨਾ ਭੁੱਖ ਨ ਜਾਏ। ਗੁਰਮੁਖ ਸ਼ਬਦੇ ਰਤਿਆ, ਸੀਤਲ ਹੋਏ ਆਪ ਗਵਾਏ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁਖ ਨਾ ਲੱਗੈ ਆਏ। ਨਾਨਕ ਜੇ ਗੁਰਮੁਖ ਕਰਹਿ, ਸੋ ਪਰਵਾਣ ਹੈ। ਜੋ ਨਾਮ ਰਹੇ ਲਿਵ ਲਾਏ ਪੌੜੀ। ਹਉ ਬਲਿਹਾਰੀ ਤਿਨ ਕੋ, ਜੋ ਗੁਰਮੁਖ ਸਿਖਾ। ਜੋ ਹਰ ਨਾਮ ਧਿਆਇਂਦੇ, ਤਿਨ ਦਰਸ਼ਨ ਬਿਖਾ। ਸੁਣ ਕੀਰਤਨ ਹਰ ਗੁਣ ਰਵਾ, ਹਰ ਜਸ ਮਨ ਲਿਖਾ। ਹਰ ਨਾਮ ਸਲਾਹੀ ਰੰਗ ਸਿਉ, ਸਭ ਕਿਲ ਵਿਖ ਕ੍ਰਿਖਾ। ਧਨ ਧਨ ਸੁਹਾਵਾ ਸੋ ਸ਼ਰੀਰ ਥਾਨ ਹੈ, ਜਿਥੈ ਮੇਰਾ ਗੁਰ ਧਰੇ ਵਿਖਾ। ਧਨ ਧਨ ਸੁਹਾਵਾ ਸੋ ਸ਼ਰੀਰ ਥਾਨ ਹੈ, ਜਿਥੇ ਮੇਰਾ ਗੁਰ ਧਰੇ ਵਿਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।